ਬੱਚਿਓ, ਅਸੀਂ ਆਪਣੇ ਆਲੇ ਦੁਆਲੇ ਦੀਆਂ ਵਸਤਾਂ ਨੂੰ ਕਿਵੇਂ ਦੇਖ ਪਾਉਂਦੇ ਹਾਂ? ਮੁੱਖ ਰੂਪ ਵਿੱਚ ਸਾਡੀਆਂ 5 ਗਿਆਨ ਇੰਦਰੀਆਂ ਦੀ ਮਦਦ ਨਾਲ ਅਸੀਂ ਆਪਣੇ ਸੰਸਾਰ ਨੂੰ ਜਾਣਦੇ ਹਾਂ। ਇਹ ਹਨ ਦੇਖਣਾ, ਸੁਣਨਾ, ਸਵਾਦ ਲੈਣਾ, ਸੁੰਘਣਾ ਅਤੇ ਛੂਹਣਾ। ਅੱਖਾਂ ਦੇਖਣ ਵਿੱਚ, ਕੰਨ ਸੁਣਨ ਵਿੱਚ, ਜੀਭ ਸਵਾਦ ਲੈਣ ਵਿੱਚ, ਨੱਕ ਸੁੰਘਣ ਲਈ ਅਤੇ ਚਮੜੀ ਛੂਹ ਨੂੰ ਮਹਿਸੂਸ ਕਰਨ ਵਿੱਚ ਸਹਾਇਕ ਹੁੰਦੇ ਹਨ। ਗਿਆਨ ਇੰਦਰੀਆਂ ਵਿੱਚ ਦ੍ਰਿਸ਼ਟੀ ਇੱਕ ਸਭ ਤੋਂ ਮਹੱਤਵਪੂਰਨ ਗਿਆਨ ਇੰਦਰੀ ਹੈ। ਪਰ ਬੱਚਿਓ, ਕੀ ਤੁਸੀਂ ਹਨੇਰੇ ਵਿੱਚ ਕਿਸੇ ਵਸਤੂ ਨੂੰ ਦੇਖ ਪਾਉਂਦੇ ਹੋ? ਨਹੀਂ। ਇਸ ਦਾ ਭਾਵ ਅੱਖਾਂ ਤੋਂ ਇਲਾਵਾ ਕੁਝ ਹੋਰ ਵੀ ਵਸਤਾਂ ਨੂੰ ਦੇਖਣ ਲਈ ਜ਼ਰੂਰੀ ਹੈ। ਉਹ ਹੈ ਪ੍ਰਕਾਸ਼। ਕਿਸੇ ਵਸਤੂ ਨੂੰ ਅਸੀਂ ਤਾਂ ਹੀ ਵੇਖ ਸਕਦੇ ਹਾਂ ਜਦੋਂ ਉਸ ਵਸਤੂ ਤੋਂ ਆਉਣ ਵਾਲਾ ਪ੍ਰਕਾਸ਼ ਸਾਡੀਆਂ ਅੱਖਾਂ ਵਿੱਚ ਪ੍ਰਵੇਸ਼ ਕਰੇ। ਇਹ ਪ੍ਰਕਾਸ਼ ਵਸਤੂਆਂ ਦਾ ਆਪਣਾ ਜਾਂ ਪਰਾਵਰਤਿਤ ਹੋ ਸਕਦਾ ਹੈ। ਕੁਝ ਵਸਤੂਆਂ ਆਪਣਾ ਖੁਦ ਦਾ ਪ੍ਰਕਾਸ਼ ਪੈਦਾ ਕਰ ਸਕਦੀਆਂ ਹਨ, ਜਿਵੇਂ ਸੂਰਜ, ਫਲੋਰੋਸੈਂਟ ਬਲਬ, ਜਲਦੀ ਹੋਈ ਮੋਮਬੱਤੀ ਆਦਿ। ਪਰ ਸਾਡੀ ਰੋਜ਼ਾਨਾ ਜ਼ਿੰਦਗੀ ਵਿੱਚ ਜੋ ਵਸਤੂਆਂ ਅਸੀਂ ਦੇਖਦੇ ਹਾਂ, ਉਹ ਆਪਣਾ ਪ੍ਰਕਾਸ਼ ਪੈਦਾ ਨਹੀਂ ਕਰ ਸਕਦੀਆਂ, ਜਿਵੇਂ ਟੇਬਲ, ਕੁਰਸੀ, ਕੰਧ, ਕਾਗਜ਼ ਆਦਿ। ਇਹਨਾਂ ਨੂੰ ਅਦੀਪਤ ਵਸਤੂਆਂ ਕਿਹਾ ਜਾਂਦਾ ਹੈ। ਬੱਚਿਓ, ਫਿਰ ਅਸੀਂ ਅਦੀਪਤ ਵਸਤੂਆਂ ਨੂੰ ਕਿਵੇਂ ਦੇਖ ਪਾਉਂਦੇ ਹਾਂ? ਇਹ ਪ੍ਰਕਾਸ਼ ਦੇ ਪਰਾਵਰਤਨ ਕਾਰਨ ਹੁੰਦਾ ਹੈ। ਇਹ ਅਦੀਪਤ ਵਸਤੂਆਂ ਪ੍ਰਕਾਸ਼ ਨੂੰ ਸਾਡੀਆਂ ਅੱਖਾਂ ਵੱਲ ਪਰਾਵਰਤਿਤ ਕਰ ਦਿੰਦੀਆਂ ਹਨ। ਪਰ ਇਹ ਪਰਾਵਰਤਿਤ ਹੋਣ ਵਾਲਾ ਪ੍ਰਕਾਸ਼ ਮਿਲਦਾ ਕਿੱਥੋਂ ਹੈ? ਇਹ ਪ੍ਰਕਾਸ਼ ਕਿਤੋਂ ਹੋਰ ਨਹੀਂ, ਬਲਕਿ ਕਿਸੇ ਦੀਪਤ ਵਸਤੂ ਦਾ ਹੁੰਦਾ ਹੈ। ਇਸ ਦਾ ਭਾਵ ਕਿ ਅਸੀਂ ਅਦੀਪਤ ਵਸਤੂ ਨੂੰ ਉਸ ਉੱਤੇ ਪੈਣ ਵਾਲੇ ਦੀਪਤ ਵਸਤੂ ਦੇ ਪ੍ਰਕਾਸ਼ ਦੇ ਪਰਾਵਰਤਨ ਕਾਰਨ ਦੇਖ ਪਾਉਂਦੇ ਹਾਂ। ਇਸੇ ਕਾਰਨ ਅਸੀਂ ਦਿਨ ਵੇਲੇ ਸੂਰਜ ਦੇ ਪ੍ਰਕਾਸ਼ ਵਿੱਚ ਨੀਲਾ ਅਸਮਾਨ, ਹਰੇ ਪੇੜ ਪੌਦੇ ਆਦਿ ਦੇਖ ਪਾਉਂਦੇ ਹਾਂ, ਜੋ ਸੂਰਜੀ ਪ੍ਰਕਾਸ਼ ਨੂੰ ਪਰਾਵਰਤਿਤ ਕਰਕੇ ਸਾਡੀਆਂ ਅੱਖਾਂ ਤੱਕ ਪਹੁੰਚਾਉਂਦੇ ਹਨ। ਰਾਤ ਵੇਲੇ ਅਸੀਂ ਆਕਾਸ਼ ਵਿੱਚ ਚੰਨ ਦੇਖਦੇ ਹਾਂ, ਕਿਉਂਕਿ ਚੰਨ ਉਸ ਉੱਤੇ ਪੈਣ ਵਾਲੇ ਸੂਰਜੀ ਪ੍ਰਕਾਸ਼ ਨੂੰ ਪਰਾਵਰਤਿਤ ਕਰ ਰਿਹਾ ਹੁੰਦਾ ਹੈ। ਚੰਨ ਆਪ ਅਦੀਪਤ ਹੁੰਦਾ ਹੈ, ਜੋ ਆਪਣਾ ਪ੍ਰਕਾਸ਼ ਪੈਦਾ ਨਹੀਂ ਕਰ ਸਕਦਾ। ਬੱਚਿਓ, ਅਸੀਂ ਦੀਪਤ ਅਤੇ ਅਦੀਪਤ ਵਸਤੂਆਂ ਬਾਰੇ ਪੜ੍ਹਿਆ। ਕੀ ਤੁਸੀਂ ਦੱਸ ਸਕਦੇ ਹੋ ਕਿ ਦੀਪਤ ਵਸਤੂਆਂ ਕਿਸ ਦਿਸ਼ਾ ਵਿੱਚ ਆਪਣਾ ਪ੍ਰਕਾਸ਼ ਪੈਦਾ ਕਰਦੀਆਂ ਹਨ? ਇੱਕ ਫਲੋਰੋਸੈਂਟ ਬਲਬ ਨੂੰ ਦੇਖੋ। ਇਹ ਹਰੇਕ ਦਿਸ਼ਾ ਵਿੱਚ ਆਪਣਾ ਪ੍ਰਕਾਸ਼ ਦੇ ਰਿਹਾ ਹੈ। ਮੰਨ ਲਓ ਕਿ ਇਸ ਬਲਬ ਤੋਂ ਪ੍ਰਕਾਸ਼ ਦੀ ਇੱਕ ਕਿਰਨ ਫਰਸ਼ ਨਾਲ ਟਕਰਾਉਂਦੀ ਹੈ। ਇਸ ਕਿਰਨ ਨੂੰ ਆਪਤਿਤ ਕਿਰਨ ਕਿਹਾ ਜਾਂਦਾ ਹੈ। ਫਰਸ਼ ਆਪਤਿਤ ਕਿਰਨ ਨੂੰ ਦੂਸਰੀ ਦਿਸ਼ਾ ਵਿੱਚ ਪਰਾਵਰਤਿਤ ਕਰ ਦਿੰਦਾ ਹੈ। ਫਰਸ਼ ਤੋਂ ਮੁੜਦੀ ਹੋਈ ਇਸ ਕਿਰਨ ਨੂੰ ਪਰਾਵਰਤਿਤ ਕਿਰਨ ਕਹਿੰਦੇ ਹਨ। ਪਰ ਸਿਰਫ ਇਹੀ ਦਿਸ਼ਾ ਕਿਉਂ? ਕੋਈ ਹੋਰ ਦਿਸ਼ਾ ਕਿਉਂ ਨਹੀਂ? ਇਹ ਇਸ ਲਈ ਕਿਉਂਕਿ ਪ੍ਰਕਾਸ਼ ਦੀਆਂ ਕਿਰਨਾਂ ਦੋ ਨਿਯਮਾਂ ਦੇ ਅਧੀਨ ਕੰਮ ਕਰਦੀਆਂ ਹਨ। ਆਪਤਿਤ ਕਿਰਨ ਦੇ ਫਰਸ਼ ਨਾਲ ਟਕਰਾਉਣ ਵਾਲੇ ਬਿੰਦੂ ਤੇ ਅਭਿਲੰਬ ਬਣਾਓ। ਆਪਤਿਤ ਕਿਰਨ ਅਤੇ ਅਭਿਲੰਬ ਦੁਆਰਾ ਵਿਚਲੇ ਕੋਣ ਨੂੰ ਆਪਤਨ ਕੋਣ ਕਹਿੰਦੇ ਹਨ, ਜਿਸ ਨੂੰ I ਦੁਆਰਾ ਦਰਸਾਇਆ ਜਾਂਦਾ ਹੈ। ਪਰਾਵਰਤਿਤ ਕਿਰਨ ਅਤੇ ਅਭਿਲੰਬ ਵਿਚਲੇ ਕੋਣ ਨੂੰ ਪਰਾਵਰਤਨ ਕੋਣ ਕਿਹਾ ਜਾਂਦਾ ਹੈ, ਜਿਸ ਨੂੰ ਅਸੀਂ R ਰਾਹੀਂ ਦਰਸਾਉਂਦੇ ਹਾਂ। ਆਓ ਹੁਣ ਪਰਾਵਰਤਨ ਦੇ ਨਿਯਮਾਂ ਦੀ ਗੱਲ ਕਰੀਏ। ਪਰਾਵਰਤਨ ਦੇ ਪਹਿਲੇ ਨਿਯਮ ਅਨੁਸਾਰ ਆਪਤਨ ਕੋਣ ਹਮੇਸ਼ਾ ਪਰਾਵਰਤਨ ਕੋਣ ਦੇ ਬਰਾਬਰ ਹੁੰਦਾ ਹੈ। ਇਹੀ ਕਾਰਨ ਹੈ ਕਿ ਜੇ ਕੋਈ ਕਿਰਨ I ਕੋਣ ਤੇ
ਕਿਸੇ ਸਤ੍ਹਾ ਨਾਲ ਟਕਰਾਉਂਦੀ ਹੈ ਤਾਂ ਉਹ ਕੇਵਲ ਉਸ ਇੱਕ ਹੀ ਦਿਸ਼ਾ ਵਿੱਚ ਪਰਾਵਰਤਿਤ ਹੋਵੇਗੀ ਜਿਸ ਦਾ ਕੋਣ ਭਾਵ r I ਦੇ ਬਰਾਬਰ ਬਣੇਗਾ। ਜੇ ਅਸੀਂ I ਨੂੰ ਬਦਲਦੇ ਹਾਂ ਤਾਂ ਪਰਾਵਰਤਿਤ ਕਿਰਨ ਵੀ ਉਸੇ ਅਨੁਸਾਰ r ਨੂੰ ਬਰਾਬਰ ਰੱਖਣ ਲਈ ਆਪਣੀ ਦਿਸ਼ਾ ਵਿੱਚ ਬਦਲਾਅ ਲਿਆਉਂਦੀ ਹੈ। ਪਰਾਵਰਤਨ ਦੇ ਦੂਜੇ ਨਿਯਮ ਅਨੁਸਾਰ ਆਪਤਿਤ ਕਿਰਨ, ਆਪਤਨ ਬਿੰਦੂ ਉੱਤੇ ਅਭਿਲੰਬ ਅਤੇ ਪਰਾਵਰਤਿਤ ਕਿਰਨ ਇਹ ਸਾਰੇ ਇੱਕ ਹੀ ਤਲ ਵਿੱਚ ਹੁੰਦੇ ਹਨ। ਇਸੇ ਲਈ ਅਸੀਂ ਆਪਣੀ ਕਾਪੀ ਉੱਤੇ ਪਰਾਵਰਤਨ ਨੂੰ ਆਸਾਨੀ ਨਾਲ ਦਰਸਾ ਪਾਉਂਦੇ ਹਾਂ ਕਿਉਂਕਿ ਸਾਰੀਆਂ ਕਿਰਨਾਂ ਦਾ ਤਲ ਸਾਡੀ ਕਾਪੀ ਦਾ ਪੰਨਾ ਹੈ। ਪਰ ਸੋਚੋ, ਜੇ ਪਰਾਵਰਤਿਤ ਕਿਰਨ ਪੇਜ ਤੋਂ ਉੱਪਰ ਉੱਠ ਕੇ ਬਣ ਰਹੀ ਹੁੰਦੀ ਤਾਂ ਕੀ ਅਸੀਂ ਉਸ ਨੂੰ ਦੇਖ ਜਾਂ ਦਰਸਾ ਪਾਉਂਦੇ? ਇਸ ਸਥਿਤੀ ਵਿੱਚ ਪਰਾਵਰਤਨ ਦਾ ਚਿੱਤਰ ਕੁਝ ਇਹੋ ਜਿਹਾ ਬਣਨਾ ਸੀ ਜਿੱਥੇ ਆਪਤਿਤ ਕਿਰਨ ਅਤੇ ਅਭਿਲੰਬ ਇੱਕੋ ਤਲ ਵਿੱਚ ਹੁੰਦੇ, ਪਰ ਪਰਾਵਰਤਿਤ ਕਿਰਨ ਦਾ ਤਲ ਵੱਖਰਾ ਹੋਣਾ ਸੀ। ਪਰ ਇਹ ਅਸੰਭਵ ਹੈ। ਆਓ ਬੱਚਿਓ, ਹੁਣ ਇੱਕ ਕਿਰਿਆ ਰਾਹੀਂ ਪਰਾਵਰਤਨ ਦੇ ਨਿਯਮਾਂ ਨੂੰ ਸਮਝੀਏ। ਇੱਕ ਟੇਬਲ ਉੱਤੇ ਚਿੱਟੀ ਸ਼ੀਟ ਲਗਾਓ। ਇੱਕ ਕੰਘੀ ਨੂੰ ਸ਼ੀਟ ਉੱਤੇ ਲੰਬ ਸਥਿਤੀ ਵਿੱਚ ਰੱਖੋ। ਹੁਣ ਇੱਕ ਟਾਰਚ ਦੀ ਸਹਾਇਤਾ ਨਾਲ ਕੰਘੀ ਦੇ ਛੇਦਾਂ ਵਿੱਚੋਂ ਪ੍ਰਕਾਸ਼ ਲੰਘਾਓ। ਪ੍ਰਕਾਸ਼ ਦੀਆਂ ਕਿਰਨਾਂ ਦੇ ਪਥ ਵਿੱਚ ਇੱਕ ਸਮਤਲ ਦਰਪਣ ਰੱਖੋ। ਤੁਸੀਂ ਕੀ ਦੇਖਦੇ ਹੋ? ਹਾਂ, ਸਾਨੂੰ ਕਿਰਨਾਂ ਦਰਪਣ ਤੋਂ ਪਰਾਵਰਤਿਤ ਹੋਈਆਂ ਦਿਖਦੀਆਂ ਹਨ। ਕਿਰਨਾਂ ਨੂੰ ਦਿਖਾਏ ਅਨੁਸਾਰ ਅੰਕਿਤ ਕਰੋ ਅਤੇ ਅਭਿਲੰਬ ਵੀ ਬਣਾ ਲਓ। ਆਪਤਨ ਕੋਣ ਅਤੇ ਪਰਾਵਰਤਨ ਕੋਣ ਨੂੰ ਵੀ ਪਹਿਚਾਣ ਕੇ ਅੰਕਿਤ ਕਰੋ। ਡੀ ਜਾਂ ਪ੍ਰੋਟੈਕਟਰ ਦੀ ਮਦਦ ਨਾਲ ਇਹਨਾਂ ਕੋਣਾਂ ਨੂੰ ਮਾਪੋ। ਤੁਸੀਂ ਦੇਖੋਗੇ ਕਿ ਦੋਵੇਂ ਕੋਣ ਲਗਭਗ ਬਰਾਬਰ ਹਨ। ਇਸ ਤੋਂ ਪਰਾਵਰਤਨ ਦਾ ਪਹਿਲਾ ਨਿਯਮ ਸਿੱਧ ਹੁੰਦਾ ਹੈ। ਬੱਚਿਓ, ਤੁਸੀਂ ਟਾਰਚ ਦੀ ਸਥਿਤੀ ਨੂੰ ਬਦਲ ਕੇ ਹੋਰ ਰੀਡਿੰਗਸ ਵੀ ਲੈ ਸਕਦੇ ਹੋ। ਜਦੋਂ ਕਾਗਜ਼ ਦੀ ਸ਼ੀਟ ਮੇਜ਼ ਉੱਤੇ ਪਈ ਹੈ ਤਾਂ ਉਹ ਇੱਕ ਤਲ ਨੂੰ ਨਿਰੂਪਿਤ ਕਰਦੀ ਹੈ। ਜਦੋਂ ਕਾਗਜ਼ ਨੂੰ ਕੱਟ ਕੇ ਦਿਖਾਏ ਅਨੁਸਾਰ ਮੋੜਦੇ ਹਾਂ ਤਾਂ ਅਸੀਂ ਇੱਕ ਨਵਾਂ ਤਲ ਬਣਾ ਦਿੰਦੇ ਹਾਂ। ਹੁਣ ਸਾਨੂੰ ਸਿਰਫ ਆਪਤਿਤ ਕਿਰਨ ਅਤੇ ਅਭਿਲੰਬ ਇੱਕੋ ਤਲ ਵਿੱਚ ਹੋਣ ਕਰਕੇ ਦਿਖਾਈ ਦਿੰਦੇ ਹਨ ਅਤੇ ਪਰਾਵਰਤਿਤ ਕਿਰਨ ਦੇ ਤਲ ਦੇ ਬਦਲ ਜਾਣ ਕਾਰਨ ਇਹ ਦਿਖਾਈ ਨਹੀਂ ਦਿੰਦੀ। ਇਸ ਤੋਂ ਪਰਾਵਰਤਨ ਦਾ ਦੂਜਾ ਨਿਯਮ ਸਿੱਧ ਹੁੰਦਾ ਹੈ ਕਿ ਆਪਤਿਤ ਕਿਰਨ, ਅਭਿਲੰਬ ਅਤੇ ਪਰਾਵਰਤਿਤ ਕਿਰਨ ਸਦਾ ਹੀ ਇੱਕ ਤਲ ਵਿੱਚ ਹੁੰਦੇ ਹਨ। ਬੱਚਿਓ, ਅਸੀਂ ਜਾਣਦੇ ਹਾਂ ਕਿ ਕਿਸੇ ਸਤ੍ਹਾ ਉੱਤੇ ਪੈਣ ਵਾਲੀਆਂ ਕਿਰਨਾਂ ਪਰਾਵਰਤਿਤ ਹੋ ਜਾਂਦੀਆਂ ਹਨ। ਜਦੋਂ ਪਰਾਵਰਤਨ ਦਰਪਣ ਵਰਗੇ ਕਿਸੇ ਪੋਲਿਸ਼ ਕੀਤੀ ਸਤ੍ਹਾ ਤੋਂ ਹੋ ਰਿਹਾ ਹੋਵੇ ਤਾਂ ਇਸ ਨੂੰ ਨਿਯਮਿਤ ਪਰਾਵਰਤਨ ਕਿਹਾ ਜਾਂਦਾ ਹੈ। ਪਾਣੀ ਦੀ ਸਤ੍ਹਾ ਅਤੇ ਚਮਕਦੀਆਂ ਟਾਈਲਾਂ ਤੋਂ ਪ੍ਰਕਾਸ਼ ਦਾ ਪਰਾਵਰਤਨ ਨਿਯਮਿਤ ਪਰਾਵਰਤਨ ਦੀਆਂ ਉਦਾਹਰਨਾਂ ਹਨ। ਨਿਯਮਿਤ ਪਰਾਵਰਤਨ ਪ੍ਰਤੀਬਿੰਬ ਬਣਾਉਣ ਵਿੱਚ ਸਮਰੱਥ ਹੁੰਦਾ ਹੈ। ਇਸੇ ਲਈ ਜਦੋਂ ਵੀ ਅਸੀਂ ਕਿਸੇ ਚਮਕਦੇ ਤਲ ਨੂੰ ਦੇਖਦੇ ਹਾਂ ਤਾਂ ਸਾਨੂੰ ਉਸ ਵਿੱਚ ਆਪਣਾ ਪ੍ਰਤੀਬਿੰਬ ਦਿਖਾਈ ਦਿੰਦਾ ਹੈ। ਜਦੋਂ ਪ੍ਰਕਾਸ਼ ਦੀ ਕਿਰਨ ਕਿਸੇ ਕੰਧ ਜਾਂ ਲੱਕੜ ਦੀ ਬਣੀ ਕੋਈ ਸਤ੍ਹਾ ਉੱਤੇ ਪੈਂਦੀ ਹੈ ਤਾਂ ਹੋਣ ਵਾਲੇ ਪਰਾਵਰਤਨ ਨੂੰ ਖਿੱਲਰਵਾਂ ਪਰਾਵਰਤਨ ਕਿਹਾ ਜਾਂਦਾ ਹੈ। ਇਸ ਸਥਿਤੀ ਵਿੱਚ ਪ੍ਰਤੀਬਿੰਬ ਵੀ ਨਹੀਂ ਬਣਦਾ। ਇਸੇ ਲਈ ਸਾਨੂੰ ਕੰਧ ਜਾਂ ਲੱਕੜ ਦੇ ਟੇਬਲ ਵਿੱਚ ਕੋਈ ਪ੍ਰਤੀਬਿੰਬ ਵਿਖਾਈ ਨਹੀਂ ਦਿੰਦਾ। ਖਿੱਲਰਵੇਂ ਪਰਾਵਰਤਨ ਵਿੱਚ ਪ੍ਰਕਾਸ਼ ਦੀਆਂ ਕਿਰਨਾਂ ਵੱਖ-ਵੱਖ ਦਿਸ਼ਾਵਾਂ ਵਿੱਚ ਪਰਾਵਰਤਿਤ ਹੋ ਜਾਂਦੀਆਂ ਹਨ। ਸਾਡੀਆਂ ਅੱਖਾਂ ਤੱਕ ਪਹੁੰਚਣ ਵਾਲੀ ਰੌਸ਼ਨੀ ਆਮ ਤੌਰ ਤੇ ਖਿੱਲਰਵੇਂ ਪਰਾਵਰਤਨ ਦਾ ਹੀ ਨਤੀਜਾ ਹੁੰਦੀ ਹੈ। ਬੱਚਿਓ, ਦੋ ਸਮਤਲ ਦਰਪਣ ਲੈ ਕੇ ਟੇਪ ਦੀ ਮਦਦ ਨਾਲ ਇਹਨਾਂ ਨੂੰ ਜੋੜੋ। ਧਿਆਨ ਰੱਖੋ ਕਿ ਦਰਪਣ ਆਸਾਨੀ ਨਾਲ
ਵੱਖ-ਵੱਖ ਕੋਣਾਂ ਤੇ ਮੋੜੇ ਜਾ ਸਕਣ। ਹੁਣ ਦਿਖਾਏ ਅਨੁਸਾਰ ਦਰਪਣਾਂ ਨੂੰ ਇੱਕ ਕੋਣ ਤੇ ਰੱਖੋ। ਦਰਪਣ ਦੇ ਸਾਹਮਣੇ ਕੋਈ ਵਸਤੂ ਜਿਵੇਂ ਮੋਮਬੱਤੀ ਜਾਂ ਬॉल ਰੱਖ ਸਕਦੇ ਹੋ। ਇਹ ਪ੍ਰਤੀਬਿੰਬ ਦਰਪਣ ਵਿੱਚ ਦਿਖਾਈ ਦਿੰਦੇ ਹਨ। ਹੁਣ ਦਰਪਣਾਂ ਵਿਚਲੇ ਕੋਣ ਨੂੰ ਬਦਲੋ, ਭਾਵ ਦਰਪਣਾਂ ਨੂੰ ਇੱਕ ਦੂਜੇ ਦੇ ਨੇੜੇ ਅਤੇ ਦੂਰ ਲੈ ਕੇ ਜਾਓ। ਅਸੀਂ ਦੇਖ ਰਹੇ ਹਾਂ ਕਿ ਜਿਵੇਂ-ਜਿਵੇਂ ਦਰਪਣਾਂ ਵਿਚਲਾ ਕੋਣ ਬਦਲਦਾ ਹੈ, ਉਵੇਂ ਹੀ ਬਣ ਰਹੇ ਪ੍ਰਤੀਬਿੰਬਾਂ ਦੀ ਸੰਖਿਆ ਵੀ ਬਦਲ ਜਾਂਦੀ ਹੈ। ਬੱਚਿਓ, ਕੀ ਤੁਸੀਂ ਇਹਨਾਂ ਪ੍ਰਤੀਬਿੰਬਾਂ ਦੇ ਬਣਨ ਦਾ ਕਾਰਨ ਦੱਸ ਸਕਦੇ ਹੋ? ਇਹ ਪ੍ਰਤੀਬਿੰਬ ਪਰਾਵਰਤਿਤ ਪ੍ਰਕਾਸ਼ ਦੇ ਦੁਬਾਰਾ ਪਰਾਵਰਤਨ ਕਾਰਨ ਬਣਦੇ ਹਨ। ਇਸ ਦੀ ਰੋਜ਼ਾਨਾ ਜ਼ਿੰਦਗੀ ਵਿੱਚ ਉਪਯੋਗ ਨਾਈ ਦੀ ਦੁਕਾਨ ਤੇ ਦੇਖਿਆ ਜਾ ਸਕਦਾ ਹੈ। ਜਦੋਂ ਆਪਣੇ ਸਿਰ ਦੇ ਪਿੱਛੇ ਦੇ ਵਾਲ ਦੇਖਣ ਲਈ ਨਾਈ ਤੁਹਾਨੂੰ ਸਾਹਮਣੇ ਲੱਗੇ ਸ਼ੀਸ਼ੇ ਵਿੱਚ ਆਪਣਾ ਪ੍ਰਤੀਬਿੰਬ ਹੱਥ ਵਿੱਚ ਫੜੇ ਸ਼ੀਸ਼ੇ ਵਿੱਚ ਦੇਖਣ ਲਈ ਕਹਿੰਦਾ ਹੈ। ਬੱਚਿਓ, ਤੁਹਾਨੂੰ ਪਤਾ ਹੈ ਦਰਪਣਾਂ ਦੁਆਰਾ ਬਹੁ ਪ੍ਰਤੀਬਿੰਬ ਦੇ ਬਣਨ ਦੀ ਧਾਰਨਾ ਦੀ ਵਰਤੋਂ ਕਲੀਡੀਓਸਕੋਪ ਵਿੱਚ ਕਈ ਕਿਸਮ ਦਾ ਦਿਲ ਖਿੱਚ ਪੈਟਰਨ ਬਣਾਉਣ ਲਈ ਕੀਤੀ ਜਾਂਦੀ ਹੈ। ਆਓ ਅਸੀਂ ਆਪਣਾ ਇੱਕ ਕਲੀਡੀਓਸਕੋਪ ਬਣਾਈਏ। ਕਲੀਡੀਓਸਕੋਪ ਬਣਾਉਣ ਲਈ ਦਰਪਣ ਦੀਆਂ 3 ਆਇਤਾਕਾਰ ਪੱਟੀਆਂ ਨੂੰ ਪ੍ਰਿਜ਼ਮ ਦੀ ਸ਼ਕਲ ਵਿੱਚ ਜੋੜੋ। ਇਹਨਾਂ ਨੂੰ ਗੱਤੇ ਦੀ ਬਣੀ ਇੱਕ ਸਿਲੰਡਰੀ ਟਿਊਬ ਵਿੱਚ ਚੰਗੀ ਤਰ੍ਹਾਂ ਲਗਾਓ। ਟਿਊਬ ਦੇ ਇੱਕ ਸਿਰੇ ਨੂੰ ਗੱਤੇ ਦੀ ਇੱਕ ਡਿਸਕ ਨਾਲ ਬੰਦ ਕਰੋ, ਜਿਸ ਵਿੱਚ ਅੰਦਰ ਦਾ ਦ੍ਰਿਸ਼ ਵੇਖਣ ਲਈ ਇੱਕ ਛੇਕ ਹੋਵੇ। ਪਲਾਸਟਿਕ ਦੀ ਸ਼ੀਟ ਚਿਪਕਾ ਦਿਓ। ਟਿਊਬ ਦੇ ਦੂਜੇ ਸਿਰੇ ਉੱਤੇ ਸਮਤਲ ਕੱਚ ਦੀ ਇੱਕ ਗੋਲ ਪਲੇਟ ਦਰਪਣਾਂ ਨੂੰ ਛੂੰਹਦੇ ਹੋਏ ਚੰਗੀ ਤਰ੍ਹਾਂ ਲਗਾਓ। ਇਸ ਪਲੇਟ ਉੱਤੇ ਛੋਟੇ-ਛੋਟੇ ਰੰਗਦਾਰ ਕੱਚ ਦੇ ਕੁਝ ਟੁਕੜੇ ਵੀ ਰੱਖੋ। ਤੁਹਾਡਾ ਕਲੀਡੀਓਸਕੋਪ ਤਿਆਰ ਹੈ। ਇਸ ਛੇਕ ਵਿੱਚੋਂ ਜਦੋਂ ਤੁਸੀਂ ਵੇਖਦੇ ਹੋ ਤਾਂ ਤੁਹਾਨੂੰ ਟਿਊਬ ਵਿੱਚ ਕਈ ਪ੍ਰਕਾਰ ਦੇ ਪੈਟਰਨ ਦਿਖਾਈ ਦਿੰਦੇ ਹਨ। ਬੱਚਿਓ, ਤੁਸੀਂ ਬਾਰਿਸ਼ ਤੋਂ ਬਾਅਦ ਅਸਮਾਨ ਵਿੱਚ ਸਤਰੰਗੀ ਪੀਂਗ ਜਾਂ ਇੰਦਰਧਨੁਸ਼ ਜ਼ਰੂਰ ਦੇਖਿਆ ਹੋਵੇਗਾ। ਕੀ ਤੁਹਾਨੂੰ ਪਤਾ ਹੈ ਸਤਰੰਗੀ ਪੀਂਗ ਪ੍ਰਕਾਸ਼ ਦੇ ਵਿਖੇਪਣ ਕਾਰਨ ਬਣਦੀ ਹੈ? ਆਓ ਅਸੀਂ ਇੱਕ ਕਿਰਿਆ ਰਾਹੀਂ ਜਾਣੀਏ ਕਿ ਪ੍ਰਕਾਸ਼ ਦਾ ਵਿਖੇਪਣ ਹੈ ਕੀ। ਇੱਕ ਕਟੋਰੀ ਲਓ ਅਤੇ ਉਸ ਵਿੱਚ ਪਾਣੀ ਭਰੋ। ਫਿਰ ਕਟੋਰੀ ਵਿੱਚ ਸਮਤਲ ਦਰਪਣ ਨੂੰ ਖੜੇ ਦਾ ਰੱਖੋ। ਇਸ ਵਿਵਸਥਾ ਨੂੰ ਕਿਸੇ ਖਿੜਕੀ ਦੇ ਕੋਲ ਇਸ ਤਰ੍ਹਾਂ ਰੱਖੋ ਕਿ ਦਰਪਣ ਉੱਤੇ ਸੂਰਜ ਦਾ ਪ੍ਰਕਾਸ਼ ਸਿੱਧਾ ਪੈ ਸਕੇ। ਕਟੋਰੀ ਦੀ ਸਥਿਤੀ ਨੂੰ ਇਸ ਤਰ੍ਹਾਂ ਰੱਖੋ ਕਿ ਦਰਪਣ ਤੋਂ ਪਰਾਵਰਤਿਤ ਹੋਣ ਵਾਲਾ ਪ੍ਰਕਾਸ਼ ਕਿਸੇ ਸਫੇਦ ਦੀਵਾਰ ਉੱਤੇ ਪਵੇ। ਪਰਾਵਰਤਿਤ ਪ੍ਰਕਾਸ਼ ਵਿੱਚ ਤੁਹਾਨੂੰ ਅਨੇਕਾਂ ਰੰਗ ਵਿਖਾਈ ਦੇਣਗੇ। ਪ੍ਰਕਾਸ਼ ਦੇ ਆਪਣੇ ਰੰਗਾਂ ਵਿੱਚ ਨਿਖੇੜਨ ਨੂੰ ਪ੍ਰਕਾਸ਼ ਦਾ ਵਰਣ ਵਿਖੇਪਣ ਜਾਂ ਡਿਸਪਰਸ਼ਨ ਆਖਦੇ ਹਨ। ਇੰਦਰਧਨੁਸ਼ ਵਰਣ ਵਿਖੇਪਣ ਨੂੰ ਦਰਸਾਉਣ ਵਾਲੀ ਇੱਕ ਕੁਦਰਤੀ ਘਟਨਾ ਹੈ। ਬੱਚਿਓ, ਅਸੀਂ ਪੜ੍ਹਿਆ ਕਿ ਆਲੇ ਦੁਆਲੇ ਦੀਆਂ ਵਸਤੂਆਂ ਸਾਨੂੰ ਪ੍ਰਕਾਸ਼ ਦੇ ਪਰਾਵਰਤਨ ਕਾਰਨ ਦਿਖਾਈ ਦਿੰਦੀਆਂ ਹਨ। ਆਓ ਹੁਣ ਜਾਣੀਏ ਕਿ ਜਦੋਂ ਸਾਡੀਆਂ ਅੱਖਾਂ ਵਿੱਚ ਇਹ ਪਰਾਵਰਤਿਤ ਪ੍ਰਕਾਸ਼ ਦੀਆਂ ਕਿਰਨਾਂ ਪੈਂਦੀਆਂ ਹਨ ਤਾਂ ਕੀ ਹੁੰਦਾ ਹੈ। ਮਨੁੱਖੀ ਅੱਖ ਦਾ ਆਕਾਰ ਲਗਭਗ ਗੋਲ ਹੁੰਦਾ ਹੈ। ਅੱਖ ਦੀ ਬਾਹਰੀ ਪਰਤ ਨੂੰ ਕੋਰਨੀਆ ਕਿਹਾ ਜਾਂਦਾ ਹੈ। ਇਸ ਪਰਤ ਦਾ ਰੰਗ ਸਫੇਦ ਹੁੰਦਾ ਹੈ ਅਤੇ ਇਹ ਪਾਰਦਰਸ਼ੀ ਹੈ। ਪਾਰਦਰਸ਼ੀ? ਹਾਂ, ਇਸ ਦਾ ਮਤਲਬ ਕਿ ਇਸ ਪਰਤ ਰਾਹੀਂ ਪ੍ਰਕਾਸ਼ ਦੀਆਂ ਕਿਰਨਾਂ ਸਾਡੀ ਅੱਖ ਵਿੱਚ ਪ੍ਰਵੇਸ਼ ਕਰਦੀਆਂ ਹਨ। ਕੋਰਨੀਆ ਸਖਤ ਦੀਵਾਰ ਵਾਂਗ ਕੰਮ ਕਰਦੀ ਹੈ, ਪਰ ਇਸ ਦਾ ਕੰਮ ਹੈ ਕਿ ਇਹ ਅੱਖ ਦੇ ਅੰਦਰੂਨੀ ਭਾਗਾਂ ਨੂੰ ਦੁਰਘਟਨਾਵਾਂ ਤੋਂ ਬਚਾਉਂਦੀ ਹੈ। ਕੋਰਨੀਆ ਦੇ ਪਿੱਛੇ ਇੱਕ ਗੂੜੇ ਰੰਗ ਦੀ ਪੇਸ਼ੀਆਂ ਦੀ ਰਚਨਾ ਹੁੰਦੀ ਹੈ, ਜਿਸ ਨੂੰ ਆਇਰਸ ਕਹਿੰਦੇ ਹਨ। ਆਇਰਸ ਅੱਖ ਦਾ ਉਹ ਭਾਗ ਹੈ ਜੋ ਅੱਖ ਨੂੰ ਇੱਕ ਵਿਸ਼ੇਸ਼ ਰੰਗ ਪ੍ਰਦਾਨ ਕਰਦੀ ਹੈ।
ਜੇ ਅਸੀਂ ਕਹਿੰਦੇ ਹਾਂ ਕਿ ਕਿਸੇ ਆਦਮੀ ਦੀ ਅੱਖ ਦਾ ਰੰਗ ਨੀਲਾ ਹੈ ਤਾਂ ਅਸਲ ਵਿੱਚ ਅਸੀਂ ਆਇਰਸ ਦੇ ਰੰਗ ਦੀ ਹੀ ਗੱਲ ਕਰ ਰਹੇ ਹੁੰਦੇ ਹਾਂ। ਆਇਰਸ ਅੱਖ ਵਿੱਚ ਦਾਖਲ ਹੋਣ ਵਾਲੇ ਪ੍ਰਕਾਸ਼ ਦੀ ਮਾਤਰਾ ਨੂੰ ਕੰਟਰੋਲ ਕਰਦੀ ਹੈ। ਆਇਰਸ ਵਿੱਚ ਇੱਕ ਛੋਟੀ ਜਿਹੀ ਝੀਤ ਹੁੰਦੀ ਹੈ ਜਿਸ ਨੂੰ ਪੁਤਲੀ ਕਹਿੰਦੇ ਹਨ। ਜੇਕਰ ਅਸੀਂ ਟਾਰਚ ਦੀ ਰੌਸ਼ਨੀ ਸਿੱਧੀ ਅੱਖ ਵਿੱਚ ਮਾਰੀਏ ਤਾਂ ਪੁਤਲੀ ਸੁੰਗੜ ਜਾਂਦੀ ਹੈ। ਇਹ ਇਸ ਲਈ ਕਿਉਂਕਿ ਰੌਸ਼ਨੀ ਦੀ ਇੰਨੀ ਤੀਬਰਤਾ ਨੂੰ ਅੱਖ ਸਹਿ ਨਹੀਂ ਸਕਦੀ। ਪਰ ਜੇ ਘੱਟ ਰੌਸ਼ਨੀ ਜਾਂ ਹਨੇਰਾ ਹੋਵੇ ਤਾਂ ਪੁਤਲੀ ਦਾ ਆਕਾਰ ਫੈਲ ਜਾਂਦਾ ਹੈ ਤਾਂ ਜੋ ਵੱਧ ਰੌਸ਼ਨੀ ਅੱਖ ਤੱਕ ਪਹੁੰਚ ਸਕੇ। ਪੁਤਲੀ ਰਾਹੀਂ ਅੱਖ ਵਿੱਚ ਪਹੁੰਚੀ ਕਿਰਨ ਪੁਤਲੀ ਦੇ ਪਿੱਛੇ ਸਥਿਤ ਇੱਕ ਲੈਂਸ ਉੱਤੇ ਪੈਂਦੀ ਹੈ। ਇਹ ਉੱਤਲ ਲੈਂਸ ਹੁੰਦਾ ਹੈ ਜੋ ਵਿਚਕਾਰ ਤੋਂ ਮੋਟਾ ਹੈ। ਲੈਂਸ ਪ੍ਰਕਾਸ਼ ਨੂੰ ਅੱਖ ਦੇ ਪਿੱਛੇ ਇੱਕ ਪਰਤ ਉੱਤੇ ਫੋਕਸ ਕਰਦਾ ਹੈ। ਇਸ ਪਰਤ ਨੂੰ ਰੈਟਿਨਾ ਕਹਿੰਦੇ ਹਨ। ਰੈਟਿਨਾ ਅਨੇਕਾਂ ਨਾੜੀ ਸੈੱਲਾਂ ਦੀ ਬਣੀ ਹੁੰਦੀ ਹੈ। ਨਾੜੀ ਸੈੱਲ ਦੋ ਪ੍ਰਕਾਰ ਦੇ ਹੁੰਦੇ ਹਨ। ਕੋਨ ਜੋ ਤੇਜ਼ ਪ੍ਰਕਾਸ਼ ਲਈ ਸੰਵੇਦਨਸ਼ੀਲ ਹਨ ਅਤੇ ਰੌਡ ਜੋ ਘੱਟ ਪ੍ਰਕਾਸ਼ ਲਈ ਸੰਵੇਦਨਸ਼ੀਲ ਹਨ। ਨਾੜੀ ਸੈੱਲਾਂ ਦੁਆਰਾ ਅਨੁਭਵ ਕੀਤੀਆਂ ਗਈਆਂ ਸੰਵੇਦਨਾਵਾਂ ਨੂੰ ਦ੍ਰਿਸ਼ਟੀ ਨਾੜੀਆਂ ਦੁਆਰਾ ਦਿਮਾਗ ਤੱਕ ਪਹੁੰਚਾ ਦਿੱਤਾ ਜਾਂਦਾ ਹੈ। ਬੱਚਿਓ, ਸਾਡੀਆਂ ਅੱਖਾਂ ਵਿੱਚ ਇੱਕ ਅੰਧ ਬਿੰਦੂ ਹੁੰਦਾ ਹੈ। ਇਹ ਅੰਧ ਬਿੰਦੂ ਹੈ ਕੀ? ਇਹ ਉਹ ਜਗ੍ਹਾ ਹੈ ਜਿੱਥੇ ਜਦੋਂ ਪ੍ਰਕਾਸ਼ ਪੈਂਦਾ ਹੈ ਤਾਂ ਸਾਨੂੰ ਕੁਝ ਦਿਖਾਈ ਨਹੀਂ ਦਿੰਦਾ। ਆਓ ਅੰਧ ਬਿੰਦੂ ਦੀ ਹੋਂਦ ਨੂੰ ਕਿਰਿਆ ਨਾਲ ਪਰਖੀਏ। ਇੱਕ ਕਾਗਜ਼ ਦੀ ਸ਼ੀਟ ਉੱਤੇ ਇੱਕ ਗੋਲ ਚਿੰਨ੍ਹ ਲਗਾਓ ਅਤੇ ਇੱਕ ਕ੍ਰਾਸ ਬਣਾਓ। ਕਾਗਜ਼ ਦੀ ਸ਼ੀਟ ਨੂੰ ਅੱਖ ਤੋਂ ਬਾਂਹ ਦੀ ਦੂਰੀ ਤੱਕ ਫੜ ਕੇ ਰੱਖੋ। ਆਪਣੀ ਖੱਬੀ ਅੱਖ ਨੂੰ ਬੰਦ ਕਰੋ। ਕ੍ਰਾਸ ਨੂੰ ਕੁਝ ਦੇਰ ਤੱਕ ਲਗਾਤਾਰ ਦੇਖੋ। ਆਪਣੀ ਅੱਖ ਨੂੰ ਕ੍ਰਾਸ ਉੱਤੇ ਸਥਿਰ ਰੱਖਦੇ ਹੋਏ ਸ਼ੀਟ ਨੂੰ ਹੌਲੀ-ਹੌਲੀ ਆਪਣੇ ਵੱਲ ਲਿਆਓ। ਤੁਸੀਂ ਕੀ ਦੇਖਦੇ ਹੋ? ਗੋਲ ਚਿੰਨ੍ਹ ਸ਼ੀਟ ਦੀ ਕਿਸੇ ਦੂਰੀ ਤੱਕ ਆਉਣ ਉਪਰੰਤ ਅਦਿੱਖ ਹੋ ਜਾਂਦਾ ਹੈ। ਹੁਣ ਆਪਣੀ ਸੱਜੀ ਅੱਖ ਬੰਦ ਕਰੋ। ਹੁਣ ਗੋਲ ਚਿੰਨ੍ਹ ਉੱਤੇ ਵੇਖਦੇ ਹੋਏ ਕਿਰਿਆ ਨੂੰ ਦੁਹਰਾਓ। ਕੀ ਇਸ ਵਾਰ ਕ੍ਰਾਸ ਅਦਿੱਖ ਹੋ ਜਾਂਦਾ ਹੈ? ਕ੍ਰਾਸ ਅਤੇ ਗੋਲ ਚਿੰਨ੍ਹ ਦਾ ਅਦਿੱਖ ਹੋਣਾ ਇਹ ਦਰਸਾਉਂਦਾ ਹੈ ਕਿ ਰੈਟਿਨਾ ਉੱਤੇ ਕੋਈ ਅਜਿਹਾ ਬਿੰਦੂ ਹੈ ਜੋ ਪ੍ਰਕਾਸ਼ ਪੈਣ ਉੱਤੇ ਵੀ ਇਸ ਦੀ ਸੂਚਨਾ ਦਿਮਾਗ ਤੱਕ ਨਹੀਂ ਪਹੁੰਚਾਉਂਦਾ। ਇਹ ਅੰਧ ਬਿੰਦੂ ਦ੍ਰਿਸ਼ਟੀ ਨਾੜੀਆਂ ਅਤੇ ਰੈਟਿਨਾ ਦੀ ਸੰਧੀ ਉੱਤੇ ਹੁੰਦਾ ਹੈ ਜਿੱਥੇ ਕੋਈ ਦ੍ਰਿਸ਼ਟੀ ਨਾੜੀ ਨਹੀਂ ਹੁੰਦੀ। ਇਸੇ ਲਈ ਸਾਨੂੰ ਗੋਲ ਬਿੰਦੂ ਅਤੇ ਕ੍ਰਾਸ ਉਸ ਦੂਰੀ ਤੇ ਦਿਖਾਈ ਨਹੀਂ ਦਿੰਦੇ ਜਿਸ ਦੂਰੀ ਤੇ ਇਹਨਾਂ ਵੱਲੋਂ ਆਉਣ ਵਾਲੀਆਂ ਪ੍ਰਕਾਸ਼ ਦੀਆਂ ਕਿਰਨਾਂ ਅੰਧ ਬਿੰਦੂ ਤੇ ਫੋਕਸ ਹੁੰਦੀਆਂ ਹਨ। ਅੰਧ ਬਿੰਦੂ ਤੇ ਕੋਈ ਪ੍ਰਕਾਸ਼ੀ ਨਾੜੀ ਮੌਜੂਦ ਨਾ ਹੋਣ ਕਾਰਨ ਦਿਮਾਗ ਤੱਕ ਕੋਈ ਸੰਦੇਸ਼ ਨਹੀਂ ਪਹੁੰਚਦਾ। ਮਨੁੱਖੀ ਅੱਖ ਬਾਰੇ ਇੱਕ ਹੋਰ ਦਿਲਚਸਪ ਗੱਲ ਇਹ ਹੈ, ਰੈਟਿਨਾ ਉੱਤੇ ਬਣੇ ਪ੍ਰਤੀਬਿੰਬ ਦਾ ਪ੍ਰਭਾਵ ਵਸਤੂ ਨੂੰ ਹਟਾ ਲੈਣ ਤੇ ਤੁਰੰਤ ਹੀ ਖਤਮ ਨਹੀਂ ਹੁੰਦਾ। ਇਹ ਲਗਭਗ 1/16 ਸੈਕਿੰਡ ਤੱਕ ਬਣਿਆ ਰਹਿੰਦਾ ਹੈ। ਆਓ ਇਸ ਬਾਰੇ ਇੱਕ ਉਦਾਹਰਣ ਰਾਹੀਂ ਜਾਣੀਏ। ਇੱਥੇ ਸਾਡੇ ਕੋਲ ਕੁਝ ਤਸਵੀਰਾਂ ਹਨ ਜਿਨ੍ਹਾਂ ਵਿੱਚ ਬਹੁਤ ਹਲਕਾ ਫਰਕ ਹੈ। ਹੁਣ ਇਹਨਾਂ ਤਸਵੀਰਾਂ ਨੂੰ ਇੱਕ ਪ੍ਰਤੀਬਿੰਬ ਪ੍ਰਤੀ ਸੈਕਿੰਡ ਦੀ ਦਰ ਨਾਲ ਦੇਖੋ। ਇਹ ਕੁਝ ਇਸ ਤਰ੍ਹਾਂ ਦਿਖਦੀਆਂ ਹਨ। ਹੁਣ ਇਹ ਦਰ 5 ਪ੍ਰਤੀਬਿੰਬ ਪ੍ਰਤੀ ਸੈਕਿੰਡ ਤੱਕ ਵਧਾ ਕੇ ਦੇਖਦੇ ਹਾਂ। ਬੱਚਿਓ, ਕੀ ਤੁਸੀਂ ਪਹਿਲਾਂ ਨਾਲੋਂ ਕੋਈ ਅੰਤਰ ਨੋਟ ਕਰ ਸਕਦੇ ਹੋ? ਸਾਡੀਆਂ ਅੱਖਾਂ ਤਸਵੀਰਾਂ ਨੂੰ ਬਦਲਦੇ ਦੇਖ ਸਕਦੀਆਂ ਹਨ। ਹੁਣ ਅਸੀਂ ਤਸਵੀਰਾਂ ਦੇ ਬਦਲਣ ਦੀ ਦਰ 24 ਪ੍ਰਤੀਬਿੰਬ ਪ੍ਰਤੀ ਸੈਕਿੰਡ ਕਰ ਦਿੰਦੇ ਹਾਂ। ਓਹ, ਇਹ ਤਾਂ ਕਿਸੇ ਵੀਡੀਓ ਵਾਂਗ ਚੱਲਦੀ ਦਿਖਾਈ ਦਿੰਦੀ ਹੈ। ਫਿਲਮਾਂ ਵਿੱਚ ਅੱਖ ਦੇ ਇਸੇ ਗੁਣ ਨੂੰ ਇਸਤੇਮਾਲ ਕੀਤਾ ਜਾਂਦਾ ਹੈ। ਸੋ ਬੱਚਿਓ, ਅੱਖਾਂ ਸਾਡੇ ਸਰੀਰ ਦਾ ਇੱਕ ਮਹੱਤਵਪੂਰਨ ਅੰਗ ਹਨ
ਇਸ ਲਈ ਜ਼ਰੂਰੀ ਹੈ ਕਿ ਅਸੀਂ ਅੱਖਾਂ ਦੀ ਉਚਿਤ ਦੇਖਭਾਲ ਕਰੀਏ। ਆਓ ਹੁਣ ਅੱਖਾਂ ਦੀ ਦੇਖਭਾਲ ਲਈ ਕੁਝ ਤਰੀਕਿਆਂ ਦੀ ਚਰਚਾ ਕਰੀਏ। ਅੱਖਾਂ ਨੂੰ ਬਾਰ-ਬਾਰ ਸਾਫ਼ ਪਾਣੀ ਨਾਲ ਧੋਵੋ। ਪੜ੍ਹਨ ਸਮੱਗਰੀ ਨੂੰ ਹਮੇਸ਼ਾ ਅੱਖਾਂ ਤੋਂ ਠੀਕ ਦੂਰੀ ਉੱਤੇ ਰੱਖ ਕੇ ਪੜ੍ਹੋ। ਸਾਨੂੰ ਉਹ ਭੋਜਨ ਖਾਣਾ ਚਾਹੀਦਾ ਹੈ ਜਿਸ ਵਿੱਚ ਵਿਟਾਮਿਨ ਏ ਦਾ ਭਰਪੂਰ ਮਾਤਰਾ ਹੋਵੇ, ਜਿਵੇਂ ਕੱਚੀ ਗਾਜਰ, ਹਰੀਆਂ ਸਬਜ਼ੀਆਂ ਆਦਿ। ਆਪਣੀਆਂ ਅੱਖਾਂ ਨੂੰ ਕਦੇ ਨਾ ਰਗੜੋ। ਜੇ ਅੱਖਾਂ ਵਿੱਚ ਕੋਈ ਧੂੜ ਦਾ ਕਣ ਪੈ ਜਾਵੇ ਤਾਂ ਅੱਖਾਂ ਨੂੰ ਸਾਫ਼ ਪਾਣੀ ਨਾਲ ਧੋ ਲਵੋ। ਸੂਰਜ ਜਾਂ ਵੈਲਡਿੰਗ ਵਾਲੇ ਸਥਾਨ ਤੇ ਤੇਜ਼ ਪ੍ਰਕਾਸ਼ ਸਰੋਤ ਨੂੰ ਕਦੇ ਵੀ ਸਿੱਧੀ ਅੱਖ ਨਾਲ ਨਾ ਦੇਖੋ। ਜੇ ਕੋਈ ਸਮੱਸਿਆ ਹੋਵੇ ਤਾਂ ਕਿਸੇ ਅੱਖਾਂ ਦੇ ਮਾਹਰ ਕੋਲ ਸਲਾਹ ਲੈਣੀ ਚਾਹੀਦੀ ਹੈ।